ਸਾਡੇ ਘਰ ਦੇ ਸਾਹਮਣੇ ਵਾਲੇ ਮਕਾਨ 'ਚ 65 ਸਾਲ ਦਾ ਬੁੱਢਾ ਆਪਣੀ ਜਵਾਨ ਲੜਕੀ ਨਾਲ ਰਹਿੰਦਾ ਸੀ। ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਤੇ ਉਸ ਦਾ ਕੋਈ ਬੇਟਾ ਵੀ ਨਹੀਂ ਸੀ। ਅੰਕਲ ਜੀ ਦੀ ਬੇਟੀ ਬਹੁਤ ਸੋਹਣੀ ਸੀ। ਉਸ ਦੇ ਵਿਆਹ ਦੀ ਉਮਰ ਹੋ ਗਈ ਸੀ ਤੇ ਜੋ ਵੀ ਕੋਈ ਉਸ ਲੜਕੀ ਦਾ ਰਿਸ਼ਤਾ ਮੰਗਣ ਜਾਂਦਾ ਤਾਂ ਅੰਕਲ ਉਸ ਨੂੰ ਧੱਕੇ ਦੇ ਕੇ ਘਰੋਂ ਕੱਢ ਦਿੰਦਾ ਤੇ ਆਪਣੀ ਬੇਟੀ ਬਾਰੇ ਬਹੁਤ ਹੀ ਚੌਕਸ ਰਹਿੰਦਾ ਸੀ। ਉਸਨੇ ਕਦੇ ਘਰ ਦੇ ਦਰਵਾਜ਼ੇ ਨੂੰ ਖੁੱਲ੍ਹਾ ਨਹੀਂ ਛੱਡਿਆ ਸੀ। ਮੈਂ ਕਦੇ-ਕਦੇ ਉਹਨਾਂ ਬਾਪ ਬੇਟੀ ਨੂੰ ਦੇਖਦੀ ਤਾਂ ਮੇਰਾ ਦਿਲ ਚਾਹੁੰਦਾ ਕਿ ਮੈਂ ਜਾ ਕੇ ਉਸ ਦੀ ਬੇਟੀ ਨਾਲ ਗੱਲਬਾਤ ਕਰਾਂ। ਇੱਕ ਦਿਨ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ, ਮੈਨੂੰ ਲੱਗਦਾ ਹੈ ਕਿ ਮੈਨੂੰ ਜਾ ਕੇ ਨਾਲ ਵਾਲੀ ਨੀਲਮ ਨੂੰ ਮਿਲਣਾ ਪਵੇਗਾ। ਵਿਚਾਰੀ ਇਕੱਲੀ ਹੈ ਤੇ ਉਸ ਦਾ ਬੁੱਢਾ ਪਿਤਾ ਹਰ ਸਮੇਂ ਉਸ ਨੂੰ ਘਰੇ ਬੰਦ ਕਰਕੇ ਰੱਖਦਾ ਹੈ। ਮਾਂ ਕਹਿਣ ਲੱਗੀ ਕਿ ਬੇਟਾ, ਇਹ ਲੋਕ ਬਹੁਤ ਹੀ ਅਜੀਬ ਜਿਹੇ ਹਨ। ਖਬਰਦਾਰ ਜੇ ਤੂੰ ਉਹਨਾਂ ਦੇ ਘਰ ਗਈ ਤਾਂ ਮੁਹੱਲੇ 'ਚੋਂ ਕਈ ਲੋਕ ਉਸ ਦੀ ਬੇਟੀ ਦਾ ਰਿਸ਼ਤਾ ਮੰਗਣ ਗਏ, ਪਰ ਉਸਨੇ ਧੱਕੇ ਦੇ ਕੇ ਸਾਰਿਆਂ ਨੂੰ ਕੱਢ ਦਿੱਤਾ। ਉਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਵੇਗਾ। ਮੈਨੂੰ ਤਾਂ ਦਾਲ 'ਚ ਕੁਝ ਕਾਲਾ ਲੱਗਦਾ ਹੈ। ਮਾਂ ਦੀ ਗੱਲ ਸੁਣ ਕੇ ਮੈਂ ਸੋਚ 'ਚ ਪੈ ਗਈ ਸੀ। ਮੈਂ ਆਸ-ਪਾਸ ਮੁਹੱਲੇ ਵਾਲਿਆਂ ਤੋਂ ਵੀ ਪੁੱਛਿਆ ਸੀ ਤੇ ਉਹਨਾਂ ਨੇ ਵੀ ਇੱਕ ਅਜੀਬ ਜਿਹੀ ਗੱਲ ਕਹੀ ਸੀ। ਇੱਕ ਆਂਟੀ ਤਾਂ ਕਹਿਣ ਲੱਗੀ ਕਿ ਮੈਨੂੰ ਲੱਗਦਾ ਹੈ ਕਿ ਇਹ ਪਿਓ ਧੀ ਨਹੀਂ ਸਗੋਂ ਕੋਈ ਹੋਰ ਗੱਲ ਹੈ। ਇਹ ਆਦਮੀ ਆਪਣੀ ਧੀ ਨਾਲ ਕਿਸੇ ਨੂੰ ਮਿਲਣ ਵੀ ਨਹੀਂ ਦਿੰਦਾ। ਆਂਟੀ ਦੀ ਗੱਲ ਸੁਣ ਕੇ ਮੈਂ ਪਰੇਸ਼ਾਨ ਹੋ ਗਈ। ਜੇਕਰ ਇਹ ਆਦਮੀ ਆਪਣੀ ਬੇਟੀ ਨਾਲ ਕਿਸੇ ਨੂੰ ਮਿਲਣ ਨਹੀਂ ਦਿੰਦਾ ਤਾਂ ਕੀ ਪਤਾ ਉਸ ਦੇ ਪਿੱਛੇ ਕੋਈ ਕਹਾਣੀ ਜਾਂ ਕੋਈ ਰਾਜ ਹੋਵੇਗਾ। ਮੇਰੀ ਗੱਲ ਸੁਣ ਕੇ ਉਹ ਆਂਟੀ ਬੋਲੀ ਕਿ ਧੀਏ, ਕੋਈ ਕਾਰਨ ਨਹੀਂ ਹੋਵੇਗਾ, ਬਸ ਅੱਜਕੱਲ ਜ਼ਮਾਨਾ ਹੀ ਖਰਾਬ ਹੈ। ਤੂੰ ਵੀ ਉਹਨਾਂ ਲੋਕਾਂ ਤੋਂ ਦੂਰ ਹੈ। ਹੁਣ ਮੇਰੇ ਦਿਮਾਗ ਸ਼ੱਕ ਪਹਿਲਾਂ ਨਾਲੋਂ ਜ਼ਿਆਦਾ ਵੱਧ ਚੁੱਕਿਆ ਸੀ। ਮੈਂ ਕਿਸੇ ਸੂਰਤ 'ਚ ਵੀ ਉਸ ਮਾਮਲੇ ਨੂੰ ਇੰਜ ਹੀ ਜਾਣ ਨਹੀਂ ਦੇਣਾ ਚਾਹੁੰਦੀ ਸੀ। ਇੱਕ ਦਿਨ ਮੈਂ ਉਸ ਘਰ ਦੇ ਦਰਵਾਜ਼ੇ ਅੱਗੇ ਜਾਣ ਲੱਗੀ ਤਾਂ ਮੈਨੂੰ ਅੰਦਰੋਂ ਰੋਣ ਦੀ ਆਵਾਜ਼ ਆਉਣ ਲੱਗੀ। ਰੋਣ ਦੀ ਆਵਾਜ਼ ਸੁਣ ਕੇ ਮੈਂ ਦਰਵਾਜ਼ੇ ਕੋਲ ਹੀ ਖੜੀ ਹੋ ਗਈ ਤੇ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਲੜਕੀ ਦੇ ਰੋਣ ਦੀ ਆਵਾਜ਼ ਸੀ। ਮੈਂ ਘਰ ਦੇ ਦਰਵਾਜ਼ੇ ਤੇ ਗਈ ਤੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਅੰਕਲ ਜੀ ਖੜੇ ਸਨ। ਉਹਨਾਂ ਦੇ ਚਿਹਰੇ ਤੇ ਗੁੱਸਾ ਸੀ। ਮੈਨੂੰ ਦੇਖ ਉਹਨਾਂ ਕਿਹਾ, ਕੀ ਗੱਲ ਹੈ ਲੜਕੀ? ਮੈਂ ਕਿਹਾ ਕਿ ਅੰਕਲ ਜੀ, ਮੁਆਫ ਕਰਿਆ, ਪਰ ਤੁਹਾਡੇ ਘਰੋਂ ਕਿਸੇ ਦੇ ਰੋਣ ਦੀ ਆਵਾਜ਼ ਆ ਰਹੀ ਸੀ, ਇਸ ਲਈ ਮੈਂ ਪਰੇਸ਼ਾਨ ਹੋ ਗਈ। ਲੱਗਿਆ ਸ਼ਾਇਦ ਮੈਨੂੰ ਮਦਦ ਕਰਨੀ ਚਾਹੀਦੀ ਹੈ। ਅਰੇ ਕਿਸ ਦੀ ਮਦਦ ਬੇਟਾ? ਸਾਨੂੰ ਤੇਰੀ ਮਦਦ ਦੀ ਕੋਈ ਲੋੜ ਨਹੀਂ ਹੈ। ਤੂੰ ਸਾਡੇ ਘਰ ਦੇ ਮਾਮਲੇ ਤੋਂ ਦੂਰ ਹੈ ਤਾਂ ਚੰਗਾ ਹੋਵੇਗਾ। ਅੰਕਲ ਨੇ ਖਰੀ ਖੋਟੀ ਸੁਣਾ ਕੇ ਦਰਵਾਜ਼ਾ ਮੇਰੇ ਮੂੰਹ ਤੇ ਬੰਦ ਕਰ ਦਿੱਤਾ। ਮੈਂ ਹੈਰਾਨ ਪਰੇਸ਼ਾਨ ਸੋਚਣ ਲੱਗੀ ਕਿ ਕਿੰਨਾ ਬਦਤਮੀਜ਼ ਤੇ ਖੜੂਸ ਬੁੱਢਾ ਹੈ। ਮੈਂ ਘਰ ਜਾ ਕੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਮਾਂ ਮੇਰੇ ਤੇ ਗੁੱਸਾ ਕਰਨ ਲੱਗੀ ਤੇ ਕਹਿਣ ਲੱਗੀ ਕਿ ਮੈਂ ਅੱਜ ਤੇਰੇ ਪਾਪਾ ਨੂੰ ਇਹ ਗੱਲ ਦੱਸਾਂਗੀ ਕਿ ਤੂੰ ਬਿਨਾਂ ਵਜ੍ਹਾ ਕਿਸੇ ਦੀ ਹਮਦਰਦੀ ਲੈਣ ਲਈ ਗੁਆਂਢ 'ਚ ਗਈ ਸੀ। ਤੂੰ ਉਹਨਾਂ ਦੀ ਕੀ ਮਦਦ ਕਰ ਸਕਦੀ ਹੈ? ਮੈਂ ਇਹ ਗੱਲਾਂ ਸੁਣ ਕੇ ਚੁੱਪ ਹੋ ਗਈ, ਪਰ ਮੈਂ ਸੋਚ ਲਿਆ ਕਿ ਮੈਂ ਉਸ ਲੜਕੀ ਨਾਲ ਦੋਸਤੀ ਕਰਕੇ ਰਹਾਂਗੀ। ਕੀ ਪਤਾ ਉਸ ਦੀ ਜ਼ਿੰਦਗੀ 'ਚ ਕੋਈ ਅੱਛਾਈ ਲਿਆ ਸਕਾਂ। ਇੱਕ ਦਿਨ ਮੈਂ ਆਪਣੀ ਸਹੇਲੀ ਮਮਤਾ ਦੇ ਘਰ ਗਈ, ਜਿਸ ਦਾ ਘਰ ਉਸ ਮੁਹੱਲੇ 'ਚ ਸੀ। ਮੈਂ ਮਮਤਾ ਨੂੰ ਕਿਹਾ ਕਿ ਅਸੀਂ ਛੱਤ ਤੇ ਚੱਲਦੇ ਹਾਂ, ਕਿਉਂਕਿ ਉਸ ਬੁੱਢੇ ਦਾ ਘਰ ਮਮਤਾ ਦੇ ਘਰ ਦੇ ਨਾਲ ਜੁੜਿਆ ਹੋਇਆ ਸੀ। ਉਸ ਘਰ ਦਾ ਵਿਹੜਾ ਛੱਤ ਤੋਂ ਨਜ਼ਰ ਆ ਰਿਹਾ ਸੀ। ਮੈਂ ਇਹ ਦੇਖ ਕੇ ਖੁਸ਼ ਹੋ ਗਈ। ਮਮਤਾ ਬੋਲੀ ਕਿ ਇਸ 'ਚ ਖੁਸ਼ ਹੋਣ ਵਾਲੀ ਕੀ ਗੱਲ ਹੈ? ਮੈਂ ਕਿਹਾ ਕਿ ਹੁਣ ਮੈਂ ਇਸ ਲੜਕੀ ਨਾਲ ਦੋਸਤੀ ਕਰ ਸਕਾਂਗੀ ਜੋ ਉਸ ਘਰ ਦੇ ਅੰਦਰ ਰਹਿੰਦੀ ਹੈ। ਮੈਂ ਆਪਣੀ ਦੋਸਤ ਨੂੰ ਵੀ ਸਾਰੀਆਂ ਸਮੱਸਿਆਵਾਂ ਦੱਸ ਦਿੱਤੀਆਂ ਤੇ ਉਸ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸ ਘਰ ਜੋ ਲੜਕੀ ਰਹਿੰਦੀ ਹੈ ਉਸ ਨੂੰ ਸਾਡੀ ਮਦਦ ਦੀ ਲੋੜ ਹੈ। ਮੇਰੀ ਗੱਲ ਸੁਣ ਕੇ ਮਮਤਾ ਨੇ ਮੇਰੇ ਅੱਗੇ ਹੱਥ ਜੋੜੇ ਤੇ ਕਿਹਾ ਕਿ ਜਾਣਦੀ ਹੈ ਤੂੰ ਕਿਸ ਬਾਰੇ ਗੱਲ ਕਰ ਰਹੀ ਹੈ। ਉਸ ਦੀ ਗੱਲ ਨੇ ਮੈਨੂੰ ਹੋਰ ਜ਼ਿਆਦਾ ਡਰਾ ਦਿੱਤਾ ਸੀ। ਮੈਂ ਕਿਹਾ ਕਿ ਬਸ ਇੱਕ ਬੁੱਢਾ ਪਿਤਾ ਤੇ ਉਸ ਦੀ ਬੇਟੀ ਰਹਿੰਦੀ ਹੈ ਇੱਥੇ। ਮੇਰੀ ਗੱਲ ਤੇ ਮੇਰੀ ਸਹੇਲੀ ਕਹਿਣ ਲੱਗੀ ਕਿ ਪਾਗਲ ਲੜਕੀ, ਹੋ ਸਕਦਾ ਹੈ ਉਹ ਦੋਵੇਂ ਪਤੀ ਪਤਨੀ ਹੋਣ, ਇਸ ਲਈ ਉਹ ਆਪਣੀ ਪਤਨੀ ਨੂੰ ਕਿਸੇ ਨਾਲ ਮਿਲਣ ਨਹੀਂ ਦਿੰਦਾ। ਕਿਤੇ ਲੋਕ ਉਸ ਨੂੰ ਇਹ ਨਾ ਕਹਿ ਦੇਣ ਕਿ ਤੇਰੀ ਪਤਨੀ ਤਾਂ ਬਹੁਤ ਘੱਟ ਉਮਰ ਦੀ ਲੜਕੀ ਹੈ, ਜਦੋਂ ਕਿ ਤੂੰ ਉਸ ਦਾ ਪਿਤਾ ਲੱਗਦਾ ਹੈ। ਮੈਂ ਉਸ ਨੂੰ ਕਿਹਾ ਕਿ ਜੋ ਵੀ ਹੈ, ਮੈਂ ਉਸ ਲੜਕੀ ਨੂੰ ਰੋਂਦੇ ਹੋਏ ਦੇਖਿਆ ਹੈ। ਹੋ ਸਕਦਾ ਹੈ ਉਸ ਨੂੰ ਸਾਡੀ ਮਦਦ ਦੀ ਲੋੜ ਹੋਵੇ। ਮੇਰੀ ਦੋਸਤ ਨੇ ਕਿਹਾ ਕਿ ਚੰਗਾ ਹੈ, ਅਸੀਂ ਆਪਣੇ ਕੰਮ ਤੋਂ ਕੰਮ ਰੱਖੀਏ, ਨਹੀਂ ਤਾਂ ਅਸੀਂ ਬਿਨਾਂ ਵਜ੍ਹਾ ਕਿਸੇ ਮੁਸੀਬਤ 'ਚ ਫਸ ਜਾਵਾਂਗੇ। ਅਜੇ ਮੈਂ ਤੇ ਮਮਤਾ ਇਹ ਗੱਲਾਂ ਕਰ ਹੀ ਰਹੇ ਸੀ ਕਿ ਉਹ ਲੜਕੀ ਸਾਨੂੰ ਵਿਹੜੇ 'ਚ ਚੱਲਦੀ ਹੋਈ ਨਜ਼ਰ ਆਈ। ਮੈਂ ਉਸ ਨੂੰ ਦੇਖ ਕੇ ਮਮਤਾ ਨੂੰ ਇਸ਼ਾਰਾ ਕੀਤਾ ਤਾਂ ਉਹ ਵਿਹੜੇ 'ਚ ਆ ਗਈ। ਜੇਕਰ ਅਸੀਂ ਚਾਹੀਏ ਤਾਂ ਉਸ ਨਾਲ ਗੱਲ ਕਰ ਸਕਦੇ ਹਾਂ। ਮਮਤਾ ਕਹਿਣ ਲੱਗੀ ਕਿ ਤੂੰ ਹੀ ਗੱਲ ਕਰ ਲੈ, ਮੈਂ ਇੱਥੋਂ ਜਾ ਰਹੀ ਹਾਂ। ਖਾਮਖਾਹ ਉਸ ਬੁੱਢੇ ਤੋਂ ਆਪਣੀ ਬੇਇੱਜ਼ਤੀ ਨਹੀਂ ਕਰਵਾ ਸਕਦੀ। ਮਮਤਾ ਦੇ ਜਾਣ ਤੋਂ ਬਾਅਦ ਮੈਂ ਉਸ ਲੜਕੀ ਨੂੰ ਇਸ਼ਾਰਾ ਕੀਤਾ। ਮੈਨੂੰ ਦੇਖਦੇ ਹੀ ਉਹ ਅੰਦਰ ਜਾਣ ਲੱਗੀ ਸੀ
ਤਾਂ ਮੈਂ ਉਸਨੂੰ ਕਿਹਾ ਕਿ ਮੈਂ ਉਸ ਨਾਲ ਦੋਸਤੀ ਕਰਨਾ ਚਾਹੁੰਦੀ ਹਾਂ। ਮੇਰੀ ਗੱਲ ਸੁਣ ਕੇ ਉਹ ਪੌੜੀਆਂ ਚੜ੍ਹਦੀ ਹੋਈ ਛੱਤ ਵੱਲ ਆਉਣ ਲੱਗੀ। ਮੈਂ ਉਸ ਤੇ ਆਉਂਦੇ ਹੀ ਉਸ ਨੂੰ ਨਮਸਤੇ ਬੁਲਾਈ। ਫਿਰ ਉਹ ਪੁੱਛਣ ਲੱਗੀ ਕਿ ਤੈਨੂੰ ਮੇਰਾ ਖਿਆਲ ਕਿਵੇਂ ਆਇਆ। ਮੈਂ ਕਿਹਾ ਕਿ ਮੈਂ ਤੈਨੂੰ ਅਕਸਰ ਦੇਖਦੀ ਰਹਿੰਦੀ ਹਾਂ। ਮੈਨੂੰ ਲੱਗਦਾ ਹੈ ਕਿ ਤੂੰ ਦੁਖੀ ਰਹਿੰਦੀ ਹੈ। ਮੈਨੂੰ ਹਮੇਸ਼ਾ ਤੇਰਾ ਖਿਆਲ ਰਹਿੰਦਾ ਸੀ ਕਿ ਤੂੰ ਮੇਰੇ ਨਾਲ ਦੋਸਤੀ ਕਰੇਂਗੀ। ਉਹ ਬੋਲੀ ਕਿ ਮੇਰੇ ਨਾਲ ਦੋਸਤੀ ਕਰਕੇ ਕਿ ਤੂੰ ਵੀ ਬਰਬਾਦ ਹੋਣਾ ਚਾਹੁੰਦੀ ਹੈ। ਉਸਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਂ ਕਿਹਾ ਕਿ ਤੇਰੇ ਨਾਲ ਦੋਸਤੀ ਕਰਕੇ ਕੋਈ ਬਰਬਾਦ ਕਿਉਂ ਹੋਵੇਗਾ। ਜੇਕਰ ਤੂੰ ਚਾਹੇ ਤਾਂ ਤੂੰ ਮੇਰੇ ਨਾਲ ਹਰ ਤਰ੍ਹਾਂ ਦੀ ਗੱਲ ਸ਼ੇਅਰ ਕਰ ਸਕਦੀ ਹੈ। ਮੈਂ ਤੇਰੀ ਮਦਦ ਕਰਾਂਗੀ ਤੇ ਵਾਅਦਾ ਕਰਦੀ ਹਾਂ ਕਿਸੇ ਗੈਰ ਇਨਸਾਨ ਨੂੰ ਤੇਰਾ ਕੋਈ ਰਾਜ਼ ਨਹੀਂ ਦੱਸਾਂਗੀ। ਮੇਰੀ ਗੱਲ ਸੁਣ ਕੇ ਉਹ ਹੱਸ ਕੇ ਕਹਿਣ ਲੱਗੀ ਕਿ ਮੈਂ ਇੱਕ ਬਦਕਿਸਮਤ ਲੜਕੀ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਪਿਤਾ ਨੇ ਮੈਨੂੰ ਉਸ ਘਰ 'ਚ ਬੰਦ ਕਰਕੇ ਚੰਗਾ ਨਹੀਂ ਕੀਤਾ, ਪਰ ਹੁਣ ਜਦੋਂ ਆਪਣੀ ਕਹਾਣੀ ਦੇਖਦੀ ਹਾਂ ਤਾਂ ਅਜਿਹਾ ਲੱਗਦਾ ਹੈ ਕਿ ਪਿਤਾ ਜੀ ਨੇ ਜੋ ਕੀਤਾ ਉਹ ਠੀਕ ਹੀ ਕੀਤਾ। ਮੈਂ ਉਸ ਦੇ ਕਾਬਲ ਸੀ। ਮੈਂ ਉਸ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਗਈ। ਉਹ ਤਾਂ ਬੁਝਾਰਤਾਂ ਪਾ ਰਹੀ ਸੀ। ਮੇਰੇ ਕੋਲ ਸਮਾਂ ਘੱਟ ਸੀ। ਐਨੇ 'ਚ ਮੇਰੀ ਸਹੇਲੀ ਛੱਤ ਤੇ ਆ ਗਈ ਤੇ ਬੋਲੀ ਕਿ ਤੇਰੀ ਮਾਂ ਤੈਨੂੰ ਬੁਲਾ ਰਹੀ ਹੈ। ਮੈਂ ਆਪਣੀ ਮਾਂ ਨਾਲ ਘਰ ਵਾਪਸ ਚਲੀ ਗਈ, ਪਰ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਨੀਲਮ ਦੇ ਘਰ ਜਾ ਕੇ ਉਸ ਨਾਲ ਗੱਲ ਕਰਿਆ ਕਰਾਂਗੀ। ਅਗਲੇ ਦਿਨ ਮੈਂ ਫਿਰ ਮਮਤਾ ਦੇ ਘਰ ਆ ਗਈ। ਮੈਂ ਛੱਤ ਤੋਂ ਦੇਖਿਆ ਤਾਂ ਉਹ ਲੜਕੀ ਆਪਣੇ ਵਿਹੜੇ 'ਚ ਬੈਠੀ ਹੋਈ ਸੀ, ਪਰ ਹੁਣ ਉਸ ਦੇ ਹੌਂਕਿਆਂ ਦੀ ਆਵਾਜ਼ ਉੱਪਰ ਤੱਕ ਆ ਰਹੀ ਸੀ। ਇਹ ਦੇਖ ਕੇ ਮੈਂ ਪਰੇਸ਼ਾਨ ਹੋ ਗਈ। ਮੈਂ ਉਸ ਨੂੰ ਇਸ਼ਾਰਾ ਕੀਤਾ ਤਾਂ ਉਹ ਹੱਥ ਨਾਲ ਇਸ਼ਾਰਾ ਕਰਕੇ ਬੋਲੀ ਕਿ ਮੈਂ ਉੱਪਰ ਨਹੀਂ ਆ ਸਕਦੀ। ਜੇਕਰ ਤੂੰ ਚਾਹੇ ਤਾਂ ਮੇਰੇ ਕੋਲ ਆ ਸਕਦੀ ਹੈ, ਦਰਵਾਜ਼ਾ ਖੁੱਲਿਆ ਹੋਇਆ ਹੈ। ਮੈਂ ਉਸਦੇ ਘਰ ਚਲੀ ਗਈ। ਉਸਨੇ ਆਪਣੀ ਪਿੱਠ ਤੇ ਹੱਥ ਰੱਖਿਆ ਹੋਇਆ ਸੀ ਤੇ ਉਹ ਬਹੁਤ ਜ਼ਿਆਦਾ ਰੋ ਰਹੀ ਸੀ। ਕੀ ਹੋਇਆ? ਕੀ ਤੇਰੀ ਪਿੱਠ 'ਚ ਦਰਦ ਹੈ? ਜਦ ਮੈਂ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਇਹ ਦਰਦ ਮੇਰੀ ਮੌਤ ਦੇ ਨਾਲ ਹੀ ਖਤਮ ਹੋਵੇਗਾ। ਉਸਦੀ ਗੱਲ ਸੁਣ ਕੇ ਮੇਰੀਆਂ ਅੱਖਾਂ 'ਚ ਵੀ ਹੰਝੂ ਆ ਗਏ। ਦੇਖੋ, ਦੁਨੀਆ 'ਚ ਹਰ ਦਰਦ ਦਾ ਇਲਾਜ ਹੈ। ਜੇਕਰ ਤੈਨੂੰ ਕੋਈ ਸਮੱਸਿਆ ਹੈ ਤਾਂ ਮੈਨੂੰ ਦੱਸ ਸਕਦੀ ਹੈ ਤੇ ਤੇਰੀ ਹਰ ਤਰ੍ਹਾਂ ਨਾਲ ਮਦਦ ਕਰਨ ਨੂੰ ਤਿਆਰ ਹਾਂ। ਤਾਂ ਉਹ ਕਹਿਣ ਲੱਗੀ ਕਿ ਤੂੰ ਮੇਰੇ ਲਈ ਪ੍ਰਾਰਥਨਾ ਕਰ ਕਿ ਭਗਵਾਨ ਮੈਨੂੰ ਮਾਫ ਕਰ ਦੇਣ। ਮੇਰਾ ਜੁਰਮ ਬਹੁਤ ਵੱਡਾ ਹੈ ਤੇ ਮੇਰੇ ਪਿਤਾ ਬਹੁਤ ਚੰਗੇ ਆਦਮੀ ਹਨ। ਮੈਨੂੰ ਡਰ ਵੀ ਲੱਗ ਰਿਹਾ ਸੀ ਕਿ ਜੇਕਰ ਇਹ ਗੱਲ ਮਾਂ ਨੂੰ ਪਤਾ ਲੱਗ ਗਈ ਤਾਂ ਉਹ ਮੇਰੇ ਨਾਲ ਬਹੁਤ ਗੁੱਸਾ ਹੋਵੇਗੀ। ਪਰ ਉਸ ਲੜਕੀ ਦੀ ਸ਼ਕਲ ਤੇ ਉਸ ਦੀਆਂ ਦੁੱਖ ਭਰੀਆਂ ਗੱਲਾਂ ਤੁਸੀਂ ਵੀ ਸੁਣਦੇ ਤਾਂ ਤੁਸੀਂ ਵੀ ਇਹੀ ਕਰਦੇ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਗਰੀਬ ਜਿਹੇ ਦਿਸਣ ਵਾਲੇ ਉਸ ਪਿਓ ਧੀ ਕੋਲ ਕਾਫੀ ਕੁਝ ਸੀ। ਲੜਕੀ ਨੇ ਆਪਣੇ ਕਮਰੇ 'ਚ ਬਹੁਤ ਸਾਰੇ ਕੱਪੜੇ ਰੱਖੇ ਹੋਏ ਸਨ ਤੇ ਇਹ ਮਹਿੰਗੇ ਕੱਪੜੇ ਸਨ। ਉਹ ਕਹਿਣ ਲੱਗੀ ਕਿ ਇਹ ਕੱਪੜੇ ਮੈਂ ਕਦੇ ਨਹੀਂ ਪਾਉਂਦੀ। ਮੈਂ ਵੀ ਨੋਟ ਕੀਤਾ ਕਿ ਉਸਨੇ ਖੁਦ ਤਾਂ ਗੰਦੇ ਜਿਹੇ ਕੱਪੜੇ ਪਾਏ ਹੋਏ ਸਨ, ਪਰ ਉਸ ਕੋਲ ਹਰ ਤਰ੍ਹਾਂ ਦੇ ਬਹੁਤ ਹੀ ਸੋਹਣੇ ਕੱਪੜੇ ਸਨ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਲੜਕੀ ਬਹੁਤ ਜ਼ਿਆਦਾ ਅਮੀਰ ਹੈ। ਜੇਕਰ ਤੇਰੇ ਕੋਲ ਇੰਨੇ ਜ਼ਿਆਦਾ ਚੰਗੇ ਕੱਪੜੇ ਹਨ ਤਾਂ ਤੂੰ ਪਾਉਂਦੀ ਕਿਉਂ ਨਹੀਂ? ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਤੈਨੂੰ ਇਸ ਬਾਰੇ ਫਿਰ ਕਿਤੇ ਦੱਸਾਂਗੀ। ਹੁਣ ਇਹਨਾਂ ਕੱਪੜਿਆਂ ਨੂੰ ਪਾ ਕੇ ਮੈਨੂੰ ਖੁਦ ਤੋਂ ਡਰ ਲੱਗਦਾ ਹੈ। ਜੇਕਰ ਤੂੰ ਲਿਜਾਣਾ ਚਾਹੁੰਦੀ ਹੈ ਤਾਂ ਲੈ ਜਾ, ਤੇਰੇ ਵੀ ਬਹੁਤ ਚੰਗੇ ਲੱਗਣਗੇ। ਉਸਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ। ਮੈਂ ਕਿਸੇ ਵੀ ਹਾਲਤ 'ਚ ਉਸਦੇ ਕੱਪੜੇ ਨਹੀਂ ਲੈਣਾ ਚਾਹੁੰਦੀ ਸੀ, ਪਰ ਉਸਨੇ ਬਹੁਤ ਜ਼ਿਆਦਾ ਕਿਹਾ ਤਾਂ ਮੈਂ ਇੱਕ ਸੂਟ ਲੈ ਲਿਆ। ਉਹ ਬੋਲੀ ਕਿ ਜਦੋਂ ਮੈਂ ਮਰ ਜਾਵਾਂ ਤਾਂ ਮੇਰੀ ਅਰਥੀ ਤੇ ਜ਼ਰੂਰ ਆਉਣਾ। ਮੈਂ ਕਿਹਾ ਕਿ ਅਜੇ ਤੇਰੀ ਉਮਰ ਹੀ ਕਿੰਨੀ ਕੁ ਹੈ ਤੇ ਤੂੰ ਮਰਨ ਦੀਆਂ ਗੱਲਾਂ ਕਰ ਰਹੀ ਹੈ। ਫਿਰ ਉਸਨੇ ਆਪਣੇ ਕਮਰੇ 'ਚ ਰੱਖੀ ਇੱਕ ਅਲਮਾਰੀ ਨੂੰ ਖੋਲ੍ਹਿਆ ਤੇ ਉਸ 'ਚੋਂ ਇੱਕ ਕਾਲੇ ਰੰਗ ਦੀ ਡਾਇਰੀ ਕੱਢੀ ਤੇ ਫਿਰ ਉਸ ਨੂੰ ਇੱਕ ਲਿਫਾਫੇ 'ਚ ਪਾ ਕੇ ਮੈਨੂੰ ਦੇ ਦਿੱਤੀ ਤੇ ਕਿਹਾ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਪਿਤਾ ਨੂੰ ਦੇ ਦੇਣਾ। ਮੈਂ ਡਰਦੇ ਹੋਏ ਉਹ ਡਾਇਰੀ ਵੀ ਲੈ ਲਈ ਤੇ ਆਪਣੇ ਘਰ ਵਾਪਸ ਆ ਗਈ। ਉਸਦੇ ਪੇਟ 'ਚ ਜੋ ਦਰਦ ਸੀ ਉਹ ਵੱਧਦਾ ਜਾ ਰਿਹਾ ਸੀ। ਮੈਂ ਘਰ ਆਈ ਤਾਂ ਮਾਂ ਨੇ ਮੇਰੇ ਹੱਥ 'ਚ ਇੰਨਾ ਮਹਿੰਗਾ ਸੂਟ ਦੇਖਿਆ ਤਾਂ ਕਹਿਣ ਲੱਗੀ ਕਿ ਤੂੰ ਇਹ ਕਿੱਥੋਂ ਲੈ ਕੇ ਆਈ ਹੈ? ਮੈਂ ਮਾਂ ਤੋਂ ਕੋਈ ਗੱਲ ਵੀ ਨਹੀਂ ਲੁਕਾ ਸਕਦੀ ਸੀ। ਡਾਇਰੀ ਤੋਂ ਇਲਾਵਾ ਹਰ ਗੱਲ ਮੈਂ ਆਪਣੀ ਮਾਂ ਨੂੰ ਦੱਸ ਦਿੱਤੀ। ਮੇਰੀ ਮਾਂ ਨੇ ਇਹ ਸੁਣਿਆ ਤਾਂ ਉਹ ਆਪਣਾ ਸਿਰ ਫੜ ਕੇ ਬੈਠ ਗਈ ਤੇ ਬੋਲੀ ਕਿ ਤੂੰ ਕਿੰਨੀ ਬੇਵਕੂਫ ਹੈ। ਮੈਂ ਤੈਨੂੰ ਜਿਸ ਗੱਲ ਤੋਂ ਮਨਾ ਕਰਦੀ ਹਾਂ ਤੂੰ ਉਹੀ ਹਰਕਤ ਕਰਦੀ ਹੈ। ਜੇਕਰ ਤੇਰੇ ਪਿਤਾ ਨੂੰ ਤੇ ਮੁਹੱਲੇ ਵਾਲਿਆਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਕੀ ਕਹਿਣਗੇ? ਕੱਲ ਨੂੰ ਉਸ ਨਾਲ ਕੁਝ ਹੋ ਗਿਆ ਤਾਂ ਤੂੰ ਕੀ ਕਰੇਂਗੀ? ਉਹ ਤਾਂ ਮਰਨ ਦੀਆਂ ਗੱਲਾਂ ਕਰ ਰਹੀ ਹੈ। ਜੇਕਰ ਉਹ ਸੱਚ ਮਰ ਗਈ ਤਾਂ ਕੀ ਹੋਵੇਗਾ? ਮਾਂ, ਤੁਸੀਂ ਕਿੰਨੀ ਖੁਦਗਰਜ਼ ਹੋ। ਮਾਂ ਨੇ ਮੇਰੀਆਂ ਗੱਲਾਂ ਸੁਣ ਕੇ ਮੇਰੇ ਤੇ ਸਖਤੀ ਕਰਦਿਆਂ ਮੇਰੇ ਤੇ ਪਾਬੰਦੀ ਲਗਾ ਦਿੱਤੀ। ਮੈਂ ਦੁਬਾਰਾ ਤਾਂ ਉਸ ਘਰ ਵੱਲ ਜਾਣ ਦਾ ਸੋਚ ਵੀ ਨਹੀਂ ਸਕਦੀ ਸੀ। ਮੈਂ ਪਛਤਾ ਰਹੀ ਸੀ ਕਿ ਮੈਂ ਆਪਣੀ ਮਾਂ ਨੂੰ ਐਵੇਂ ਹੀ ਉਸ ਦੀ ਗੱਲ ਦੱਸ ਦਿੱਤੀ। 2 ਦਿਨ ਬਾਅਦ ਉਸ ਘਰੋਂ ਮੌਤ ਦੀ ਖਬਰ ਆਈ ਤਾਂ ਪਤਾ ਲੱਗਿਆ ਕਿ ਉਹ ਲੜਕੀ ਜੋ ਆਪਣੇ ਪਿਤਾ ਨਾਲ ਇਕੱਲੀ ਰਹਿੰਦੀ ਸੀ
ਉਹ ਹੁਣ ਭਗਵਾਨ ਨੂੰ ਪਿਆਰੀ ਹੋ ਗਈ ਹੈ। ਇਹ ਗੱਲ ਸੁਣ ਕੇ ਅਸੀਂ ਸਾਰੇ ਹੈਰਾਨ ਹੋ ਗਏ। ਮੁਹੱਲੇ ਵਾਲੇ ਵੀ ਹੈਰਾਨ ਸਨ ਕਿ ਇੱਕ ਨੌਜਵਾਨ ਲੜਕੀ ਕਿਵੇਂ ਅਚਾਨਕ ਬਿਨਾਂ ਵਜ੍ਹਾ ਮੌਤ ਦੇ ਮੂੰਹ 'ਚ ਜਾ ਸਕਦੀ ਹੈ। ਸਾਰਿਆਂ ਨੂੰ ਲੱਗਿਆ ਕਿ ਇਹ ਬੁੱਢਾ ਵਿਅਕਤੀ ਜ਼ਰੂਰ ਕਿਸੇ ਨਾਲ ਕਿਸੇ ਤਰ੍ਹਾਂ ਆਪਣੀ ਬੇਟੀ ਦੀ ਮੌਤ ਦਾ ਜ਼ਿੰਮੇਵਾਰ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਸਾਰੇ ਲੋਕ ਉਸ ਦੇ ਘਰ ਇਕੱਠਾ ਹੋ ਗਏ। ਮੇਰੇ ਪਿਤਾ ਜੀ ਵੀ ਉਸ ਘਰ ਚਲੇ ਗਏ। ਮੇਰੇ ਪਿਤਾ ਨੇ ਉਸ ਬੁੱਢੇ ਆਦਮੀ ਤੋਂ ਪੁੱਛਿਆ ਕਿ ਤੂੰ ਆਪਣੀ ਬੇਟੀ ਦਾ ਰਿਸ਼ਤਾ ਕਿਉਂ ਨਹੀਂ ਕੀਤਾ ਤੇ ਉਸ ਦੇ ਮਰਨ ਦਾ ਕੀ ਕਾਰਨ ਹੈ। ਬੁੱਢਾ ਰੋਣ ਲੱਗਿਆ ਤੇ ਰੋ ਰੋ ਕੇ ਉਸ ਦਾ ਬੁਰਾ ਹਾਲ ਸੀ। ਉਹ ਬਸ ਇਹੀ ਕਹਿ ਰਿਹਾ ਸੀ ਕਿ ਉਸ ਦੀ ਬੇਟੀ ਖੁਦ ਕਿਸੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਤੇ ਲੋਕਾਂ ਦੇ ਵਾਰ-ਵਾਰ ਰਿਸ਼ਤਾ ਲਿਆਉਣ ਤੇ ਮੈਨੂੰ ਉਹਨਾਂ ਤੇ ਗੁੱਸਾ ਆ ਜਾਂਦਾ ਸੀ। ਉਸ ਦੀ ਮੌਤ ਦਾ ਕਾਰਨ ਇਹ ਬੁੱਢਾ ਨਹੀਂ ਸੀ ਤੇ ਹੁਣ ਲੋਕ ਉਸ ਨੂੰ ਜ਼ਬਰਦਸਤੀ ਵੀ ਨਹੀਂ ਕਰਨਾ ਚਾਹੁੰਦੇ ਸਨ। ਇਸ ਲਈ ਪੁਲਿਸ ਵਾਲਿਆਂ ਨੂੰ ਫੋਨ ਕਰ ਦਿੱਤਾ ਗਿਆ ਤੇ ਦੱਸਿਆ ਗਿਆ ਕਿ ਇੱਥੇ ਇੱਕ ਮੌਤ ਹੋ ਗਈ ਹੈ ਤੇ ਲੱਗਦਾ ਹੈ ਕਿ ਆਤਮ ਹੱਤਿਆ ਹੈ। ਇਹ ਸੁਣ ਕੇ ਬੁੱਢਾ ਬਹੁਤ ਜ਼ਿਆਦਾ ਤੜਫਣ ਲੱਗਿਆ ਤੇ ਬੋਲਿਆ ਕਿ ਮੈਂ ਆਪਣੀ ਬੇਟੀ ਦੀ ਲਾਸ਼ ਦੀ ਬੇਇੱਜ਼ਤੀ ਨਹੀਂ ਹੋਣ ਦਿਆਂਗਾ। ਇਹ ਕੁਦਰਤੀ ਮੌਤ ਹੈ। ਮੈਂ ਉਸ ਦੇ ਬਾਰੇ ਕੁਝ ਨਹੀਂ ਜਾਣਦਾ। ਉਹ ਕਾਫੀ ਸਾਲਾਂ ਤੋਂ ਪਰੇਸ਼ਾਨ ਸੀ। ਮੈਨੂੰ ਕੀ ਪਤਾ ਕਿ ਉਸ ਦੀ ਪਰੇਸ਼ਾਨੀ ਕੀ ਸੀ। ਮੈਂ ਉਸ ਤੋਂ ਬਹੁਤ ਵਾਰ ਪੁੱਛਿਆ, ਡਾਕਟਰ ਕੋਲ ਵੀ ਲੈ ਕੇ ਗਿਆ ਸੀ। ਮੈਂ ਤੁਹਾਨੂੰ ਰਿਪੋਰਟ ਦਿਖਾਉਣ ਲਈ ਤਿਆਰ ਹਾਂ, ਪਰ ਭਗਵਾਨ ਲਈ ਮੇਰੀ ਬੇਟੀ ਨੂੰ ਥਾਣੇ ਤੇ ਕਚਹਿਰੀ ਵਗੈਰਾ ਦਾ ਹਿੱਸਾ ਨਾ ਬਣਾਓ। ਮੇਰੇ ਪਿਤਾ ਨੇ ਉਸ ਬੁੱਢੇ ਨੂੰ ਕਿਹਾ ਕਿ ਤੁਹਾਡੀ ਬੇਟੀ ਦੀ ਲਾਸ਼ ਦਾ ਪੋਸਟਮਾਰਟਮ ਹੋਵੇਗਾ, ਜਿਸ 'ਚ ਪਤਾ ਲੱਗੇਗਾ ਕਿ ਮੌਤ ਕਿਵੇਂ ਹੋਈ ਸੀ। ਕੋਈ ਵੀ ਅਜਿਹਾ ਕੰਮ ਨਹੀਂ ਹੋਵੇਗਾ ਜਿਸ ਨਾਲ ਤੁਹਾਡੀ ਬੇਟੀ ਦੀ ਲਾਸ਼ ਦੀ ਬੇਇੱਜ਼ਤੀ ਹੋਵੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬੇਕਸੂਰ ਹੋ ਤਾਂ ਹੋ ਸਕਦਾ ਹੈ ਕਿ ਕੋਈ ਹੋਰ ਉਸ ਦੀ ਮੌਤ ਦਾ ਕਾਰਨ ਬਣਿਆ ਹੋਵੇ, ਪਰ ਬਿਨਾਂ ਜਾਂਚ ਪੜਤਾਲ ਕੀਤੇ ਆਪਣੀ ਬੇਟੀ ਨੂੰ ਚਿਤਾ ਤੇ ਪਾਉਣ ਦਾ ਮਤਲਬ ਇਹ ਹੈ ਕਿ ਤੁਸੀਂ ਉਸ ਨੂੰ ਇਨਸਾਫ ਨਹੀਂ ਦਿਵਾ ਰਹੇ। ਇਹ ਉਸ ਦਾ ਹੱਕ ਹੈ। ਸਾਰੇ ਮੁਹੱਲੇ ਵਾਲੇ ਦੀਆਂ ਗੱਲਾਂ ਸੁਣ ਕੇ ਬੁੱਢਾ ਸਾਰਿਆਂ ਅੱਗੇ ਹੱਥ ਜੋੜਨ ਲੱਗਿਆ, ਪਰ ਕਿਸੇ ਨੇ ਵੀ ਉਸ ਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਸਾਰਿਆਂ ਨੂੰ ਸ਼ੱਕ ਸੀ ਕਿ ਇਹ ਜ਼ਿਆਦਾ ਮਿੰਨਤਾਂ ਇਸ ਲਈ ਕਰ ਰਿਹਾ ਸੀ ਕਿਉਂਕਿ ਲੜਕੀ ਦੀ ਮੌਤ 'ਚ ਇਸ ਦਾ ਹੱਥ ਹੈ। ਆਖਰਕਾਰ ਪੋਸਟਮਾਰਟਮ ਰਿਪੋਰਟ ਲਈ ਲਾਸ਼ ਨੂੰ ਥਾਣੇ ਤੋਂ ਹਸਪਤਾਲ ਪਹੁੰਚਾਇਆ ਗਿਆ। ਜਦੋਂ ਬੁੱਢਾ ਘਰ ਆਇਆ ਤਾਂ ਉਹ ਬਹੁਤ ਤਸੱਲੀ 'ਚ ਸੀ ਤੇ ਹੈਰਾਨ ਵੀ ਸੀ। ਉਸ ਦੇ ਹੰਝੂ ਹੁਣ ਰੁਕ ਚੁੱਕੇ ਸਨ, ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਪੋਸਟਮਾਰਟਮ ਰਿਪੋਰਟ ਕੀ ਆਈ ਹੈ। ਪੁਲਿਸ ਵਾਲਿਆਂ ਨੇ ਬੁੱਢੇ ਨੂੰ ਬੇਕਸੂਰ ਕਹਿ ਕੇ ਛੱਡ ਦਿੱਤਾ ਸੀ ਤੇ ਮੇਰੇ ਪਿਤਾ ਨੇ ਵੀ ਕਿਹਾ ਕਿ ਬੁੱਢਾ ਬੇਕਸੂਰ ਹੈ। ਉਸ ਨੇ ਆਪਣੀ ਬੇਟੀ ਨੂੰ ਨਹੀਂ ਮਾਰਿਆ, ਪਰ ਅਸੀਂ ਅੰਦਰ ਦੀ ਕਹਾਣੀ ਜਾਣਨਾ ਚਾਹੁੰਦੇ ਸੀ ਕਿ ਆਖਰ ਉਸ ਲੜਕੀ ਨਾਲ ਕੀ ਹੋਇਆ ਸੀ। ਮੈਂ ਸੋਚਿਆ ਕਿ ਮੈਂ ਖੁਦ ਜਾ ਕੇ ਬੁੱਢੇ ਤੋਂ ਪੁੱਛਾਂ, ਪਰ ਮਾਂ ਨੇ ਮੈਨੂੰ ਸਖਤੀ ਨਾਲ ਮਨਾ ਕਰ ਰੱਖਿਆ ਸੀ। ਸੋ ਮੈਂ ਇਹ ਗੱਲ ਆਪਣੇ ਮੂੰਹ ਤੇ ਨਾ ਲਈ, ਪਰ ਕੁਝ ਦਿਨਾਂ ਬਾਅਦ ਮੈਂ ਸੋਚਿਆ ਕਿ ਉਹ ਡਾਇਰੀ ਜੋ ਮੈਂ ਉਸ ਲੜਕੀ ਤੋਂ ਲਈ ਸੀ, ਉਸ ਨੇ ਮੈਨੂੰ ਇਹੀ ਗੱਲ ਆਖੀ ਸੀ ਕਿ ਜਦੋਂ ਮੈਂ ਮਰ ਜਾਵਾਂ ਤਾਂ ਇਹ ਲਿਫਾਫਾ ਜਿਸ 'ਚ ਡਾਇਰੀ ਹੈ ਉਹ ਮੇਰੇ ਬੁੱਢੇ ਪਿਤਾ ਨੂੰ ਦੇ ਦੇਣਾ। ਮੈਂ ਸੋਚਿਆ ਕਿ ਕਿਉਂ ਨਾ ਜਾ ਕੇ ਇਹ ਡਾਇਰੀ ਦੇ ਆਵਾਂ। ਇਹ ਉਸ ਦੀ ਅਮਾਨਤ ਹੈ। ਜੇਕਰ ਮੈਂ ਚਾਹਾਂ ਤਾਂ ਖੁਦ ਵੀ ਪੜ੍ਹ ਸਕਦੀ ਹਾਂ, ਪਰ ਇਹ ਉਸ ਦੀ ਅਮਾਨਤ ਹੈ ਤੇ ਮੈਨੂੰ ਇਸ ਨੂੰ ਖੋਲ੍ਹ ਕੇ ਨਹੀਂ ਪੜ੍ਹਨਾ ਚਾਹੀਦਾ, ਸਗੋਂ ਉਸ ਬੁੱਢੇ ਨੂੰ ਦੇਣੀ ਚਾਹੀਦੀ ਹੈ। ਜਦੋਂ ਉਹ ਡਾਇਰੀ ਦੇਣ ਗਈ ਤੇ ਜਿਵੇਂ ਹੀ ਮੈਂ ਬੁੱਢੇ ਦੇ ਘਰ ਦੇ ਦਰਵਾਜ਼ੇ ਵੱਲ ਦੇਖਿਆ ਤਾਂ ਉੱਥੇ ਇੱਕ ਵੱਡਾ ਸਾਰਾ ਤਾਲਾ ਲੱਗਿਆ ਹੋਇਆ ਸੀ। ਮੈਂ ਆਸ-ਪਾਸ ਦੇ ਲੋਕਾਂ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਇਹ ਮਕਾਨ ਬੁੱਢੇ ਨੇ ਕਿਰਾਏ ਤੇ ਲਿਆ ਹੋਇਆ ਸੀ ਤੇ ਹੁਣ ਉਹ ਆਪਣਾ ਸਾਰਾ ਸਮਾਨ ਲੈ ਕੇ ਇੱਥੋਂ ਚਲਾ ਗਿਆ ਹੈ। ਉਸਨੇ ਸੜਕ ਦੇ ਦੂਜੇ ਪਾਸੇ ਆਪਣਾ ਇੱਕ ਵੱਡਾ ਸਾਰਾ ਘਰ ਖਰੀਦਿਆ ਹੈ ਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਉਹ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਚੁੱਕਾ ਹੈ। ਮੈਨੂੰ ਬਹੁਤ ਹੈਰਾਨੀ ਹੋਈ ਕਿ ਆਖਰ ਬੇਟੀ ਦੀ ਮੌਤ ਨੇ ਬੁੱਢੇ ਪਿਤਾ ਨੂੰ ਕਿਵੇਂ ਅਮੀਰ ਬਣਾ ਦਿੱਤਾ। ਉਹ ਆਪ ਜੋ ਪਹਿਲਾਂ ਉਸ ਗਰੀਬ ਮੁਹੱਲੇ 'ਚ ਕਿਰਾਏ ਤੇ ਮਕਾਨ 'ਚ ਰਹਿੰਦਾ ਸੀ ਤੇ ਇੱਕ ਦੁਕਾਨ ਤੇ ਮਜ਼ਦੂਰੀ ਦਾ ਕੰਮ ਕਰਦਾ ਸੀ, ਅਜਿਹੀ ਕਿਹੜੀ ਲਾਟਰੀ ਉਸਦੇ ਹੱਥ ਲੱਗ ਗਈ ਕਿ ਉਸ ਬੇਟੀ ਦੀ ਮੌਤ ਤੋਂ ਬਾਅਦ ਆਪਣਾ ਘਰ ਤੇ ਆਪਣਾ ਕਾਰੋਬਾਰ ਸ਼ੁਰੂ ਕਰਕੇ ਬੈਠਾ ਹੈ। ਮੈਂ ਸੋਚਿਆ ਕਿ ਉਹ ਡਾਇਰੀ ਖੋਲ ਕੇ ਮੈਂ ਖੁਦ ਹੀ ਪੜ੍ਹ ਲੈਂਦੀ ਹਾਂ। ਉਸ ਬੁੱਢੇ ਨੂੰ ਕਿੱਥੋਂ ਉਸ ਨੂੰ ਪੜ੍ਹਨ ਨਾਲ ਮੈਨੂੰ ਸਾਰੀ ਸੱਚਾਈ ਵੀ ਪਤਾ ਲੱਗ ਜਾਵੇਗੀ। ਫਿਰ ਜੇਕਰ ਕਦੇ ਉਹ ਮਿਲਿਆ ਤਾਂ ਮੈਂ ਉਸ ਡਾਇਰੀ ਨੂੰ ਉਸ ਨੂੰ ਦੇ ਦਿਆਂਗੀ। ਜਦੋਂ ਮੈਂ ਲਿਫਾਫੇ 'ਚੋਂ ਡਾਇਰੀ ਕੱਢ ਕੇ ਪੜ੍ਹਨੀ ਸ਼ੁਰੂ ਕੀਤੀ ਤਾਂ ਮੇਰੇ ਹੋਸ਼ ਉੱਡ ਗਏ। ਉਸਨੇ ਜੋ ਗੱਲਾਂ ਲਿਖੀਆਂ ਸਨ ਉਹ ਬਹੁਤ ਹੀ ਅਜੀਬ ਸਨ। ਬੁੱਢੇ ਦੀ ਬੇਟੀ ਨੇ ਹੰਝੂਆਂ ਨਾਲ ਭਰੇ ਸ਼ਬਦ ਲਿਖੇ ਸਨ। ਉਸਨੇ ਲਿਖਿਆ ਸੀ ਕਿ ਪਿਤਾ ਜੀ ਮੈਨੂੰ ਮਾਫ ਕਰ ਦੇਣਾ, ਮੈਂ ਜੋ ਵੀ ਕੀਤਾ ਉਸ 'ਚ ਮੇਰੀ ਹੀ ਗਲਤੀ ਸੀ। ਉਸ ਪਾਪ ਤੋਂ ਬਾਅਦ ਮੈਂ ਤੁਹਾਡੇ ਸਾਹਮਣੇ ਸਿਰ ਉਠਾਉਣ ਦੇ ਕਾਬਿਲ ਨਹੀਂ ਸੀ। ਤੁਹਾਡੇ ਪਾਲਣ ਪੋਸ਼ਣ ਦਾ ਕੋਈ ਕਸੂਰ ਨਹੀਂ ਸੀ। ਮਾਂ ਦੇ ਮਰਨ ਤੋਂ ਬਾਅਦ ਤੁਸੀਂ ਮੈਨੂੰ ਮਾਂ ਦੀ ਕੋਈ ਕਮੀ ਨਹੀਂ ਹੋਣ ਦਿੱਤੀ। ਮੈਨੂੰ ਇੱਕ ਲੜਕੇ ਰਵੀ ਨਾਲ ਪਿਆਰ ਹੋ ਗਿਆ ਸੀ
ਜੇਕਰ ਮੈਂ ਉਸ ਦੀਆਂ ਗੱਲਾਂ 'ਚ ਨਾ ਆਉਂਦੀ ਤੇ ਇੰਨਾ ਵੱਡਾ ਕਦਮ ਨਾ ਚੁੱਕਦੀ ਤਾਂ ਉਹ ਮੈਨੂੰ ਕਦੇ ਵੀ ਆਪਣੇ ਘਰ ਲੈ ਕੇ ਨਾ ਜਾਂਦਾ। ਰਵੀ ਇੱਕ ਬਹੁਤ ਹੀ ਅਮੀਰ ਪਿਤਾ ਦਾ ਬੇਟਾ ਸੀ। ਮੈਂ ਉਸ ਦੀ ਵੱਡੀ ਸਾਰੀ ਗੱਡੀ ਤੇ ਉਸ ਦਾ ਬੰਗਲਾ ਦੇਖ ਕੇ ਪਾਗਲ ਹੋ ਗਈ ਸੀ। ਮੈਨੂੰ ਲੱਗਿਆ ਕਿ ਉਹ ਸੱਚ ਮੈਨੂੰ ਪਿਆਰ ਕਰਦਾ ਹੈ ਤੇ ਮੇਰੇ ਨਾਲ ਵਿਆਹ ਕਰੇਗਾ, ਪਰ ਉਹ ਤਾਂ ਮੈਨੂੰ ਆਪਣੇ ਮਕਸਦ ਲਈ ਇਸਤੇਮਾਲ ਕਰ ਰਿਹਾ ਸੀ। ਮੈਂ ਰਫੀ ਨੂੰ ਕਿਸੇ ਮਸੀਹਾ ਤੋਂ ਘੱਟ ਨਹੀਂ ਮੰਨਦੀ ਸੀ, ਪਰ ਉਹ ਮਸੀਹਾ ਨਹੀਂ ਸਗੋਂ ਇੱਕ ਭੇੜੀਆ ਨਿਕਲਿਆ। ਮੈਂ ਇੱਕ ਗਰੀਬ ਪਿਤਾ ਦੀ ਬੇਟੀ ਸੀ। ਮੈਂ ਜਦੋਂ ਉਸਦੇ ਵੱਡੇ ਘਰ 'ਚ ਕਦਮ ਰੱਖਿਆ ਤਾਂ ਉਸਨੇ ਮੇਰੇ ਨਾਲ ਇਹੀ ਵਾਅਦਾ ਕੀਤਾ ਸੀ ਕਿ ਉਹ ਮੈਨੂੰ ਉਸ ਘਰ ਦੀ ਬਹੂ ਬਣਾਵੇਗਾ, ਮੈਨੂੰ ਉਸ ਘਰ ਦੀ ਰਾਣੀ ਬਣਾ ਕੇ ਰੱਖੇਗਾ। ਪਰ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਉਹ ਤਾਂ ਮੇਰੀ ਇੱਜ਼ਤ ਲੁੱਟਣ ਲਈ ਮੈਨੂੰ ਇੱਥੇ ਲਿਆਇਆ ਹੈ। ਮੈਂ ਇਕੱਲੀ ਲੜਕੀ ਕੁਝ ਨਹੀਂ ਕਰ ਸਕਦੀ ਸੀ। ਮੇਰੀ ਚੀਖ ਪੁਕਾਰ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ ਸੀ। ਹੁਣ ਮੇਰੇ ਕੋਲ ਕੁਝ ਨਹੀਂ ਬਚਿਆ ਸੀ। ਜਦੋਂ ਰਵੀ ਆਪਣੇ ਮਕਸਦ 'ਚ ਕਾਮਯਾਬ ਹੋ ਗਿਆ ਤਾਂ ਉਸਨੇ ਮੇਰੇ ਸਾਹਮਣੇ ਇੱਕ ਹੀਰੇ ਦੀ ਚੈਨ ਸੁੱਟੀ ਤੇ ਕਿਹਾ ਕਿ ਇਹ ਤੇਰਾ ਗਿਫਟ ਹੈ। ਮੈਂ ਇਹੀ ਸੁਣ ਰੱਖਿਆ ਸੀ ਕਿ ਹੀਰਾ ਨਿਕਲਣ ਨਾਲ ਇਨਸਾਨ ਦੀ ਮੌਤ ਹੋ ਜਾਂਦੀ ਹੈ। ਮੈਂ ਹੁਣ ਮਰ ਜਾਣਾ ਚਾਹੁੰਦੀ ਸੀ, ਇਸ ਲਈ ਮੈਂ ਉਹ ਹੀਰੇ ਦੀ ਚੈਨ ਨਿਕਲ ਗਈ। ਮੈਨੂੰ ਕੁਝ ਸਮਝ ਨਹੀਂ ਆਇਆ ਕਿ ਉਹ ਚੈਨ ਕਿਵੇਂ ਮੇਰੇ ਹਲਕ 'ਚੋਂ ਹੇਠਾਂ ਉਤਰ ਗਈ, ਪਰ ਮੇਰੀ ਮੌਤ ਨਹੀਂ ਹੋਈ। ਰਵੀ ਨੇ ਮੈਨੂੰ ਥੋੜੀ ਦੇਰ ਉਸ ਕਮਰੇ 'ਚ ਰੱਖਿਆ ਤੇ ਫਿਰ ਮੈਨੂੰ ਮੇਰੇ ਘਰ ਛੱਡ ਦਿੱਤਾ। ਉਹ ਪਲ ਮੇਰੀ ਆਤਮਾ ਤੇ ਹਮੇਸ਼ਾ ਲਈ ਬੋਝ ਬਣ ਗਿਆ ਸੀ। ਮੈਂ ਖੁਦ ਨੂੰ ਕਦੇ ਮਾਫ ਨਹੀਂ ਕਰ ਸਕਾਂਗੀ। ਮੇਰੇ ਪਿਤਾ ਜੀ ਤੋਂ ਲੁਕ ਕੇ ਰਵੀ ਨੂੰ ਮਿਲਦੀ ਸੀ ਤੇ ਹੁਣ ਮੈਂ ਮਰ ਜਾਣਾ ਚਾਹੁੰਦੀ ਸੀ। ਮੇਰੇ ਪੇਟ 'ਚ ਬਹੁਤ ਦਰਦ ਰਹਿੰਦਾ ਸੀ। ਮੈਂ ਅੱਜ ਤੱਕ ਕਿਸੇ ਡਾਕਟਰ ਨੂੰ ਇਹ ਸੱਚਾਈ ਨਹੀਂ ਦੱਸੀ ਸੀ। ਮੇਰੇ ਪੇਟ 'ਚੋਂ ਨਿਕਲਣ ਵਾਲਾ ਖਜ਼ਾਨਾ ਮੇਰੇ ਪਿਤਾ ਦੀ ਗਰੀਬੀ ਨੂੰ ਮਿਟਾ ਸਕਦਾ ਸੀ। ਮੈਂ ਜਿਉਂਦੇ ਜੀ ਤੁਹਾਨੂੰ ਇਹ ਸੱਚਾਈ ਦੱਸ ਕੇ ਤੁਹਾਡੀ ਇੱਜ਼ਤ ਤਾਰ-ਤਾਰ ਨਹੀਂ ਕਰਨਾ ਚਾਹੁੰਦੀ ਸੀ। ਮੇਰੇ 'ਚ ਇੰਨੀ ਹਿੰਮਤ ਨਹੀਂ ਸੀ। ਮੇਰੇ ਪਿਆਰੇ ਪਾਪਾ, ਹੁਣ ਤਾਂ ਮੈਂ ਮਰ ਗਈ ਹਾਂ। ਭਗਵਾਨ ਲਈ ਮੈਨੂੰ ਮਾਫ ਕਰ ਦੇਣਾ। ਤੁਹਾਡੀ ਪਿਆਰੀ ਬੇਟੀ ਨੀਲਮ। ਉਸ ਲੜਕੀ ਦੇ ਦੁੱਖ ਦਾ ਅੰਦਾਜ਼ਾ ਮੈਨੂੰ ਹੋ ਚੁੱਕਿਆ ਸੀ। ਬਾਪ ਬੇਟੀ ਦੀ ਇੱਜ਼ਤ ਤੇ ਕੋਈ ਆਂਚ ਨਾ ਆਵੇ, ਇਸ ਲਈ ਪੂਰੀ ਦੁਨੀਆ ਨਾਲ ਲੜਨਾ ਹੈ। ਤੇ ਉਹੀ ਬੇਟੀ ਜੇਕਰ ਆਪਣੇ ਪਿਤਾ ਦੀ ਇੱਜ਼ਤ ਕੁਝ ਪਲਾਂ ਲਈ ਤੇ ਕੁਝ ਮਿੱਠੀਆਂ ਗੱਲਾਂ ਅੱਗੇ ਗਵਾ ਦੇਵੇ ਤਾਂ ਉਸ ਤੋਂ ਬਦਕਿਸਮਤ ਕੌਣ ਹੋਵੇਗਾ। ਭਗਵਾਨ ਲਈ ਜੋ ਲੜਕੀਆਂ ਮੇਰੀ ਇਹ ਕਹਾਣੀ ਸੁਣ ਰਹੀਆਂ ਹਨ, ਉਹ ਇਸ ਤੋਂ ਸਬਕ ਲੈਣ ਤੇ ਮੈਨੂੰ ਦੱਸਣ ਕਿ ਮੈਨੂੰ ਉਹ ਡਾਇਰੀ ਉਸਦੇ ਪਿਤਾ ਨੂੰ ਦੇਣੀ ਚਾਹੀਦੀ ਹੈ ਜਾਂ ਨਹੀਂ। ਜੇਕਰ ਮੈਂ ਉਹਨਾਂ ਨੂੰ ਇਹ ਡਾਇਰੀ ਦੇ ਦੇਵਾਂ ਤਾਂ ਉਹ ਇਸ ਨੂੰ ਪੜ੍ਹ ਕੇ ਜਿਉਂਦੇ ਜੀ ਮਰ ਜਾਣਗੇ। ਮੈਂ ਬਹੁਤ ਪਰੇਸ਼ਾਨ ਹਾਂ, ਮੈਨੂੰ ਜ਼ਰੂਰ ਦੱਸਣਾ। ਸੋ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਜੇਕਰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਜ਼ਰੂਰ ਕਰਨਾ।